ਦਿੱਲੀ ਦੇ ਵਿੱਚ G20 ਸੰਮੇਲਨ ਦੌਰਾਨ ਸਿੱਖ ਭਾਈਚਾਰੇ ਨੂੰ ਖਾਸੀ ਉਮੀਦ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਨਾਲ ਦੁਵੱਲੀ ਗੱਲਬਾਤ ਦੌਰਾਨ ਦਸਤਾਰ ਤੇ ਬੈਨ ਦਾ ਮਸਲਾ ਜ਼ਰੂਰ ਚੁੱਕਣਗੇ, ਜਿਹੜੀ ਕਿ ਫਰਾਂਸ ਦੇ ਵਿਦਿਆਰਥੀਆਂ ਦੇ ਲਈ ਬੈਨ ਹੈ ਸਕੂਲਾਂ ਦੇ ਵਿੱਚ। पर जो भारत वालों इस ते कोई गलबात नहीं हुई तो हुण इस नूं लैके पूरी दुनिया दे विच वसदे सिख भाईचारे विच नमोशी है। यूनाइटेड सिक्स यूके जथेबंदी दी कौमांतरी लीगल डायरैक्टर मजिंदरपाल कौर ने कहा कि जिस देश दे विच वड्डी गिणती सिख रहिंदे ने उस देश के प्रधानमंत्री ने सिखां दी पछाण दा मुद्दा चुकण दी जरूरत ही नहीं समझी। इस मुद्दे नूं पूरी तरह अणगौलिया कीता गया है। उन्होंने कहा कि सिखां दी सिरमौर संस्था श्रोमणी गुरुद्वारा प्रबंधक कमेटी ने G20 सम्मेलन तो पहलां प्रधानमंत्री नरेंद्र मोदी नूं फ्रांस के राष्ट्रपति मूहरे दस्तार बैन के मसले नूं चुकण दी अपील कीती सी, पर दोवां मुल्कां दी जॉइंट स्टेटमेंट दे विच इसदा जिक्र ही नहीं आया। During a bilateral meeting between the President of France, Emmanuel Macron, and the Prime Minister of India, Narendra Modi, the issue of the Sikh turban ban was not raised. The joint statement that followed those talks, which took place in New Delhi on the sidelines of the G20 summit, made no reference to this significant issue. This silence sends a clear message that the Sikh turban ban in France is not a priority for India, a country where the Sikh faith was born, flourished, and where the top Sikh religious administration in Amritsar, the SGPC, appealed to Prime Minister Modi to address this matter with President Macron. ਮਜਿੰਦਰਪਾਲ ਕੌਰ ਨੇ ਦੱਸਿਆ ਕਿ ਫਰਾਂਸ ਦੇ ਸਕੂਲਾਂ ਦੇ ਵਿੱਚ ਸਿੱਖਾਂ ਦੀ ਦਸਤਾਰ ਤੇ ਪਾਬੰਦੀ ਪਿਛਲੇ 20 ਸਾਲ ਤੋਂ ਲਾਗੂ ਹੈ ਤੇ ਇਹ ਪਾਬੰਦੀ ਹੈ ਜਿਹੜੀ ਉਹ ਫਰਾਂਸ ਦੇ ਵਿੱਚ ਵਸਦੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਰਮ ਦੇ ਵਿੱਚ ਆਸਥਾ ਦਾ ਵਿਸ਼ਵਾਸ ਦਾ ਪ੍ਰਗਟਾਵਾ ਕਰਨ ਤੋਂ ਵਾਂਝਿਆ ਕਰਦੀ ਹੈ। ਭਾਰਤ ਅਤੇ ਫਰਾਂਸ ਦੇ ਵੱਡੇ ਲੀਡਰਾਂ ਦੇ ਵਿਚਾਲੇ ਹਾਲ ਹੀ ਵਿੱਚ ਹੋਈ ਬੈਠਕ ਦੌਰਾਨ ਇਸ ਮਸਲੇ ਤੇ ਚੁੱਪੀ ਕਹਿੰਦੇ ਚਿੰਤਾਜਨਕ ਹੈ। ਉਹਨਾਂ ਨੇ ਸੱਦਾ ਦਿੱਤਾ ਕਿ ਸਾਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਉਜਾਗਰ ਕਰਨ ਦੇ ਲਈ ਇਕੱਠੇ ਹੋ ਕੇ ਰੈਲੀ ਕਰਨੀ ਚਾਹੀਦੀ ਹੈ। ਕੌਮਾਂਤਰੀ ਭਾਈਚਾਰੇ ਨੂੰ ਇਸ ਰੋਕ ਨੂੰ ਹਟਾਉਣ ਦੇ ਲਈ ਫਰਾਂਸ ਤੇ ਦਬਾਅ ਪਾਉਣਾ ਚਾਹੀਦਾ ਹੈ, ਇਸ ਦੇ ਲਈ ਅਪੀਲ ਕਰਨੀ ਚਾਹੀਦੀ ਹੈ। यूनाइटेड सिक्स यूके ने संयुक्त राष्ट्र के ਸਕੱਤਰ जनरल एंटोनियो गुटेरेस ਨੂੰ ਆਉਂਦੇ ਜਨਰਲ ਅਸੈਂਬਲੀ ਦੀ ਬਹਿਸ ਦੌਰਾਨ ਇਸ ਮੁੱਦੇ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦਾ ਸੱਦਾ ਵੀ ਦਿੱਤਾ ਹੈ। ਯਾਨੀ ਕਿ ਇਸ ਮੁੱਦੇ ਨੂੰ ਵੀ ਚੁੱਕਣ ਦੀ ਜਿਹੜੀ ਅਪੀਲ ਹੈ ਉਹਨਾਂ ਨੇ ਕੀਤੀ ਹੈ। ਉਹਨਾਂ ਯਾਦ ਕਰਵਾਇਆ ਕਿ UN ਦੀ ਮਨੁੱਖੀ ਅਧਿਕਾਰ ਕਮੇਟੀ ਨੇ 2012 ਦੇ ਵਿੱਚ ਦਸਤਾਰ ਤੇ ਫਰਾਂਸ ਦੇ ਵਿੱਚ ਜਿਹੜੀ ਇਹ ਪਾਬੰਦੀ ਲੱਗੀ ਹੋਈ ਹੈ ਇਸ ਨੂੰ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਵਜੋਂ ਕਰਾਰ ਦਿੱਤਾ ਸੀ। Therefore, today I make a solemn appeal to the United Nations Secretary General, Antonio Guterres. I call upon him to use his influence and voice to pressure the French government to repeal this ban during the upcoming General Assembly debate scheduled for September 19 to the 23rd and 26th. परसों यानी कि लंघे 10 सितंबर ਨੂੰ G20 सम्मेलन ਦੇ ਦੂਸਰੇ ਤੇ ਆਖਰੀ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਵਿਚਾਲੇ ਦੁਪਹਿਰੇ ਮੁਲਾਕਾਤ ਹੋਈ ਸੀ। ਵੱਖਰੇ ਤੌਰ ਤੇ ਮੁਲਾਕਾਤ ਹੋਈ ਸੀ ਤੇ ਸਿੱਖ ਭਾਈਚਾਰੇ ਨੂੰ ਇਸ ਕਰਕੇ ਇੱਕ ਵੱਡੀ ਆਸ ਸੀ ਕਿਉਂਕਿ ਐਤਕੀ G20 सम्मेलन ਨੂੰ ਭਾਰਤ ਨੇ ਹੋਸਟ ਕੀਤਾ। ਭਾਰਤ ਆਪਣੇ ਮੁਲਕ ਦੇ ਵਿੱਚ ਵਸਦੀ ਜਿਹੜੀ ਸਿੱਖ ਕਮਿਊਨਿਟੀ ਹੈ ਉਸ ਬਾਰੇ ਗੱਲ ਕਰੇ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ। ਇਹ ਸਿੱਖਾਂ ਨੂੰ ਵੱਡੀ ਆਸ ਸੀ ਕਿਉਂਕਿ ਇੱਕ ਵੱਡਾ ਮੰਚ ਸੀ ਤੇ ਵੱਡਾ ਮੁੱਦਾ ਸੀ। ਇਸ ਦਾ ਹੱਲ ਹੋ ਸਕਦਾ ਸੀ, ਹੱਲ ਤਾਂ ਹੀ ਹੋ ਸਕਦਾ ਸੀ ਜੇ ਇਸ ਮੁਲਕ ਦਾ ਸਭ ਤੋਂ ਵੱਡਾ ਵਿਅਕਤੀ ਹੈ, ਜਿਹੜਾ ਸਭ ਤੋਂ ਵੱਡਾ ਲੀਡਰ ਹੈ, ਉਹ ਫਰਾਂਸ ਦੇ ਸਭ ਤੋਂ ਵੱਡੇ ਲੀਡਰ ਦੇ ਨਾਲ ਗੱਲਬਾਤ ਕਰੇ, ਪਰ ਅਜਿਹਾ ਨਹੀਂ ਹੋ ਪਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਮੁੱਦਾ ਜ਼ਰੂਰ ਫਰਾਂਸ ਦੇ ਰਾਸ਼ਟਰਪਤੀ ਨਾਲ ਚੁੱਕਿਆ ਜਾਵੇ ਕਿਉਂਕਿ ਸਕੂਲਾਂ ਦੇ ਵਿੱਚ ਜਦੋਂ ਉੱਥੇ ਦਸਤਾਰ ਬੈਨ ਹੈ ਤਾਂ ਫਰਾਂਸ ਵਿੱਚ ਵਸਦੇ ਸਿੱਖ ਜਿਹੜੇ ਵਿਦਿਆਰਥੀ ਹੈਗੇ ਨੇ, ਸਿੱਖ ਬੱਚੇ ਹੈਗੇ ਨੇ, ਉਹਨਾਂ ਦੇ ਵਿੱਚ ਪਤਿਤ ਪੁਣੇ ਦਾ ਇੱਕ ਵੱਡਾ ਕਾਰਨ ਹੈ। ਅੱਜ ਉਹਨਾਂ ਨੂੰ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਆ ਉਹ G20 ਦੇ ਇਸ ਸਮਿਟ ਦੇ ਵਿੱਚ ਦਿੱਲੀ ਪਹੁੰਚ ਚੁੱਕੇ ਆ ਤੇ ਉੱਥੇ ਮੋਦੀ ਸਾਹਿਬ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਹੋਣੀ ਆ। ਭਾਵੇਂ ਕਿ ਕਈ ਤਰ੍ਹਾਂ ਦੇ ਜਿਹੜੇ ਦਸਤਾਰ ਦੇ ਇਸ਼ੂ ਹੈ ਉਹ ਹੱਲ ਵੀ ਹੋਏ ਆ ਸ਼੍ਰੋਮਣੀ ਕਮੇਟੀ ਦੇ ਇਸ ਦਬਾਅ ਦੇ ਨਾਲ ਤੇ ਸਿੱਖ ਸੰਗਤ ਦੇ ਦੁਨੀਆ ਭਰ ਚੋਂ ਆਏ ਜਿਹੜੇ ਦਬਾਅ ਦੇ ਕਰਕੇ। ਪਰ ਇੱਕ ਗੱਲ ਦੇਖਣ ਵਾਲੀ ਆ ਕਿ ਜਿਹੜੇ ਬੱਚੇ ਆ ਜਿਹੜੇ ਪੁੰਗਰ ਰਹੀ ਫੁਲਵਾੜੀ ਆ, ਪੁੰਗਰ ਰਹੀ ਪਨੀਰੀ ਆ ਜਿਹੜੀ ਸਿੱਖ ਕੌਮ ਦੀ, ਉਹਨਾਂ 'ਤੇ ਅੱਜ ਵੀ ਦਸਤਾਰ ਦੀ ਪਾਬੰਦੀ, ਸਕੂਲ ਵਿੱਚ ਦਸਤਾਰ ਦੀ ਪਾਬੰਦੀ ਜਿਹੜੀ ਆ ਫਰਾਂਸ ਦੇ ਵਿੱਚ ਲੱਗੀ ਹੋਈ ਆ। ਅਸੀਂ ਚਾਹਾਂਗੇ ਕਿ ਮੋਦੀ ਸਾਹਿਬ ਅੱਜ ਜਦੋਂ ਕਿ ਫਰਾਂਸ ਦੇ ਰਾਸ਼ਟਰਪਤੀ ਇੱਥੇ ਆਉਂਦੇ ਆ
ਕਿਉਂਕਿ ਸਿੱਖਾਂ ਦਾ ਬਹੁਤ ਵੱਡਾ ਰੋਲ ਆ ਇਸ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਦੇ ਮਾਣ ਵਧਾਉਣ ਲਈ ਹਰ ਖੇਤਰ ਦੇ ਅੰਦਰ। ਸਿੱਖਾਂ ਦੇ ਇਸ ਮਾਮਲੇ ਨੂੰ ਉਹ ਜ਼ਰੂਰ ਫਰਾਂਸ ਦੇ ਰਾਸ਼ਟਰਪਤੀ ਨਾਲ ਮਿਲ ਕੇ ਉਹਨਾਂ ਨੂੰ ਇਸ ਮਸਲੇ ਦਾ ਹੱਲ ਕਰਾਉਣਗੇ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਫਰਾਂਸ ਦੇ ਵਿੱਚ ਸਿਰਫ ਸਿੱਖ ਵਿਦਿਆਰਥੀਆਂ ਦੇ ਦਸਤਾਰ ਸਜਾਉਣ ਤੇ ਹੀ ਬੈਨ ਨਹੀਂ, ਇਸ ਤੋਂ ਪਹਿਲਾਂ ਜੇ ਕੋਈ ਸਿੱਖ ਸੀ ਤਾਂ ਉਹਨੇ ਜੇ ਆਪਣਾ ਕੋਈ ਆਇਡੈਂਟੀਟੀ ਕਾਰਡ ਬਣਾਉਣਾ ਹੁੰਦਾ ਸੀ, ਕੋਈ ਵੀ ਪਾਸਪੋਰਟ ਜਾਂ ਫਿਰ ਕੋਈ ਹੋਰ ਪਛਾਣ ਪੱਤਰ, ਤਾਂ ਉਹ ਤੇ ਜਿਹੜੀ ਫੋਟੋ ਲੱਗਦੀ ਹੈ ਤੁਹਾਡੀ, ਉਹ ਫੋਟੋ ਖਿਚਵਾਉਣ ਦੇ ਲਈ ਵੀ ਦਸਤਾਰ ਸਜਾਉਣ ਤੇ ਪਾਬੰਦੀ ਸੀ। ਯਾਨੀ ਕਿ ਸਿੱਖਾਂ ਨੂੰ ਆਪਣੇ ਸਰੂਪ ਦੇ ਵਿੱਚ ਫੋਟੋ ਖਿਚਵਾਉਣ ਤੇ ਪਾਬੰਦੀ ਸੀ। ਸਿੱਖਾਂ ਨੇ ਜੇ ਆਇਡੈਂਟੀਟੀ ਕਾਰਡ ਤੇ ਫੋਟੋ ਲਾਉਣੀ ਹੈ ਤਾਂ ਉਹਨਾਂ ਨੂੰ ਦਸਤਾਰ ਉਤਾਰ ਕੇ ਤਸਵੀਰ ਖਿਚਵਾਉਣੀ ਪੈਂਦੀ ਸੀ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸਿੱਖ ਜਥੇਬੰਦੀਆਂ ਦੀ ਪਹਿਲ ਕਦਮੀ ਦੇ ਨਾਲ ਉੱਥੋਂ ਦੇ ਸਿੱਖਾਂ ਨੇ ਇਹ ਲੜਾਈ ਹੈ ਜਿਹੜੀ ਉਹ ਜਿੱਤ ਲਈ ਸੀ, ਪਰ ਦਸਤਾਰ ਤੇ ਬੈਨ ਸਕੂਲਾਂ ਦੇ ਵਿੱਚ ਹਾਲੇ ਤੱਕ ਵੀ ਲਾਗੂ ਹੈ।